ਮੇਰੀ ਮੰਮੀ ਹਮੇਸ਼ਾ ਤੋਂ ਮੇਰੇ ਪਾਪਾ ਨਾਲ ਸੌਣ ਤੋਂ ਡਰਦੀ ਸੀ। ਜਦੋਂ ਮੰਮੀ ਪਾਪਾ ਦੇ ਕਮਰੇ ਵਿੱਚ ਸੌਂਦੀ ਸੀ ਤਾਂ ਅਗਲੀ ਸਵੇਰ ਉਸ ਦੀ ਹਾਲਤ ਬਹੁਤ ਖਰਾਬ ਹੁੰਦੀ ਸੀ। ਉਹ ਠੀਕ ਤਰ੍ਹਾਂ ਤੁਰ ਵੀ ਨਹੀਂ ਪਾਉਂਦੀ ਸੀ ਤੇ ਹਮੇਸ਼ਾ ਰੋਂਦੀ ਹੋਈ ਪਾਪਾ ਦੇ ਕਮਰੇ ਵਿੱਚੋਂ ਬਾਹਰ ਆਉਂਦੀ ਸੀ। ਮੈਨੂੰ ਸਭ ਤੋਂ ਜ਼ਿਆਦਾ ਹੈਰਾਨੀ ਇਸ ਗੱਲ ਦੀ ਹੁੰਦੀ ਕਿ ਪੂਰੀ ਰਾਤ ਪਾਪਾ ਦੇ ਕਮਰੇ ਵਿੱਚੋਂ ਅਜੀਬ ਜਿਹੀਆਂ ਆਵਾਜ਼ਾਂ ਆਉਂਦੀਆਂ ਤੇ ਕਈ ਵਾਰ ਤਾਂ ਮੰਮੀ ਦੀਆਂ ਅਜੀਬ ਜਿਹੀਆਂ ਚੀਕਾਂ ਵੀ ਸੁਣਾਈ ਦਿੰਦੀਆਂ। ਸਵੇਰੇ ਜਦੋਂ ਮੰਮੀ ਪਾਪਾ ਦੇ ਕਮਰੇ 'ਚੋਂ ਬਾਹਰ ਆਉਂਦੀ ਤਾਂ ਉਸ ਨੂੰ ਦੇਖ ਕੇ ਲੱਗਦਾ ਜਿਵੇਂ ਪੂਰੀ ਰਾਤ ਉਸ ਨਾਲ ਕੁਝ ਗਲਤ ਹੋਇਆ ਹੋਵੇ। ਪਰ ਜਦੋਂ ਮੈਂ ਪਾਪਾ ਨੂੰ ਦੇਖਦੀ ਤਾਂ ਉਹ ਹਮੇਸ਼ਾ ਖੁਸ਼ ਹੁੰਦੇ ਤੇ ਹੱਸਦੇ ਹੋਏ ਕਮਰੇ 'ਚੋਂ ਬਾਹਰ ਆਉਂਦੇ ਤੇ ਕੰਮ ਤੇ ਚਲੇ ਜਾਂਦੇ। ਜਦੋਂ ਮੈਂ ਛੋਟੀ ਸੀ ਤਾਂ ਇੱਕ ਵਾਰ ਮੈਂ ਮੰਮੀ ਨੂੰ ਇਸ ਦੇ ਬਾਰੇ ਵਿੱਚ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਉਹ ਬਹੁਤ ਗੁੱਸੇ ਹੋ ਗਈ ਸੀ। ਹੁਣ ਮੈਂ ਵੱਡੀ ਹੋ ਗਈ ਸੀ ਤੇ ਮੈਂ ਹੁਣ ਇਹ ਸਭ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਸੀ। ਸੱਚ ਜਾਣਨ ਲਈ ਇੱਕ ਰਾਤ ਮੈਂ ਮੰਮੀ ਨੂੰ ਦੁੱਧ ਵਿੱਚ ਨੀਂਦ ਦੀ ਦਵਾਈ ਮਿਲਾ ਕੇ ਪਿਲਾ ਦਿੱਤੀ ਤੇ ਫਿਰ ਆਪਣੇ ਕਮਰੇ ਵਿੱਚ ਸੁਲਾ ਦਿੱਤਾ। ਫਿਰ ਮੈਂ ਆਪਣੀ ਮੰਮੀ ਦੇ ਕੱਪੜੇ ਪਾ ਲਏ ਤੇ ਚਾਦਰ ਨਾਲ ਸਿਰ ਢੱਕ ਲਿਆ ਤੇ ਪਾਪਾ ਦੇ ਕਮਰੇ ਵਿੱਚ ਚਲੀ ਗਈ। ਪਾਪਾ ਦੇ ਕਮਰੇ ਦੀ ਲਾਈਟ ਬੰਦ ਸੀ, ਇਸ ਲਈ ਮੈਂ ਚੁੱਪਚਾਪ ਉਹਨਾਂ ਕੋਲ ਜਾ ਕੇ ਬੈੱਡ ਤੇ ਲੰਮੀ ਪੈ ਗਈ। ਉਦੋਂ ਪਾਪਾ ਕਿਸੇ ਨਾਲ ਫੋਨ ਤੇ ਗੱਲ ਕਰਦੇ ਪਏ ਸੀ। ਮੇਰੇ ਸਾਹ ਅਤੇ ਦਿਲ ਦੀ ਧੜਕਣ ਬਹੁਤ ਤੇਜ਼ ਚੱਲ ਰਹੀ ਸੀ, ਪਰ ਕਿਸੇ ਤਰ੍ਹਾਂ ਮੈਂ ਆਪਣੇ ਸਾਹਾਂ ਤੇ ਕਾਬੂ ਕੀਤਾ ਤੇ ਪਾਪਾ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਇਹ ਮੰਮੀ ਨਹੀਂ ਮੈਂ ਹਾਂ। ਫਿਰ ਥੋੜੀ ਦੇਰ ਬਾਅਦ ਪਾਪਾ ਫੋਨ ਹੋਲਡ ਤੇ ਰੱਖ ਕੇ ਮੇਰੇ ਥੋੜਾ ਜਿਹਾ ਨੇੜੇ ਆਏ ਤੇ ਕਹਿਣ ਲੱਗੇ, ਅੱਜ ਮੈਂ ਬਿਲਕੁਲ ਵੀ ਮੂਡ ਵਿੱਚ ਨਹੀਂ ਹਾਂ, ਇਸ ਲਈ ਚੁੱਪਚਾਪ ਸੋ ਜਾ। ਮੈਨੂੰ ਉਹਨਾਂ ਦੀ ਗੱਲ ਸਮਝ ਤਾਂ ਨਹੀਂ ਆਈ, ਪਰ ਮੈਂ ਚੁੱਪ ਰਹੀ। ਫਿਰ ਜਦੋਂ ਪਾਪਾ ਕਾਫੀ ਦੇਰ ਤੱਕ ਫੋਨ ਤੇ ਗੱਲ ਕਰਦੇ ਰਹੇ ਤਾਂ ਮੇਰੀ ਅੱਖ ਲੱਗ ਗਈ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਪਾਪਾ ਸੁੱਤੇ ਪਏ ਸੀ। ਮੈਂ ਚੁੱਪਚਾਪ ਬੈੱਡ ਤੋਂ ਉੱਠ ਕੇ ਕਮਰੇ ਵਿੱਚੋਂ ਬਾਹਰ ਆ ਗਈ, ਪਰ ਮੇਰੇ ਦਿਮਾਗ ਵਿੱਚ ਇੱਕ ਹੀ ਗੱਲ ਘੁੰਮ ਰਹੀ ਸੀ ਕਿ ਪਾਪਾ ਨੇ ਤਾਂ ਮੇਰੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ। ਫਿਰ ਮੰਮੀ ਸਵੇਰੇ ਅਜਿਹੀ ਹਾਲਤ ਵਿੱਚ ਬਾਹਰ ਕਿਉਂ ਆਉਂਦੀ ਹੈ? ਮੈਂ ਸੋਚਿਆ ਸ਼ਾਇਦ ਕੱਲ ਰਾਤ ਪਾਪਾ ਦਾ ਮੂਡ ਠੀਕ ਨਹੀਂ ਸੀ, ਇਸ ਲਈ ਸੱਚ ਜਾਣਨ ਲਈ ਅਗਲੇ ਦਿਨ ਮੈਂ ਫਿਰ ਉਹੀ ਕੰਮ ਕੀਤਾ। ਮੈਂ ਫਿਰ ਮੰਮੀ ਨੂੰ ਨੀਂਦ ਦੀ ਦਵਾਈ ਦਿੱਤੀ ਤੇ ਪਾਪਾ ਦੇ ਕਮਰੇ ਵਿੱਚ ਜਾ ਕੇ ਬੈੱਡ ਤੇ ਲੰਮੀ ਪੈ ਗਈ। ਅੱਜ ਫਿਰ ਪਾਪਾ ਕਿਸੇ ਨਾਲ ਫੋਨ ਤੇ ਗੱਲ ਕਰਦੇ ਪਏ ਸੀ ਤੇ ਥੋੜੀ ਦੇਰ ਬਾਅਦ ਉਹ ਮੇਰੇ ਥੋੜਾ ਨੇੜੇ ਆਏ ਤੇ ਉਹਨਾਂ ਨੇ ਫਿਰ ਉਹੀ ਗੱਲ ਕਹੀ, ਅੱਜ ਮੈਂ ਬਿਲਕੁਲ ਮੂਡ ਵਿੱਚ ਨਹੀਂ ਹਾਂ, ਇਸ ਲਈ ਚੁੱਪਚਾਪ ਸੋ ਜਾ ਤੇ ਫੋਨ ਤੇ ਗੱਲ ਕਰਨ ਲੱਗ ਪਏ। ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਪਾਪਾ ਮੰਮੀ ਨਾਲ ਕੁਝ ਗਲਤ ਨਹੀਂ ਕਰਦੇ, ਪਰ ਮੈਂ ਸੱਚ ਜਾਣਨਾ ਚਾਹੁੰਦੀ ਸੀ, ਇਸ ਲਈ ਮੈਂ ਗੁੱਸੇ ਵਿੱਚ ਸਿੱਧਾ ਮੰਮੀ ਦੇ ਕੋਲ ਗਈ ਤੇ ਉਸ ਨੂੰ ਸਾਰੀ ਗੱਲ ਦੱਸੀ ਕਿ ਕਿਵੇਂ ਮੈਂ ਉਸ ਨੂੰ 2 ਦਿਨ ਤੱਕ ਨੀਂਦ ਦੀਆਂ ਗੋਲੀਆਂ ਦੇ ਕੇ ਖੁਦ ਪਾਪਾ ਦੇ ਕਮਰੇ ਵਿੱਚ ਉਹਨਾਂ ਨਾਲ ਸੁੱਤੀ ਹਾਂ, ਪਰ ਪਾਪਾ ਨੇ ਮੇਰੇ ਨਾਲ ਕੁਝ ਗਲਤ ਨਹੀਂ ਕੀਤਾ। ਫਿਰ ਤੁਸੀਂ ਪਾਪਾ ਦੇ ਕਮਰੇ ਵਿੱਚ ਸੌਣ ਤੋਂ ਬਾਅਦ ਸਾਰਾ ਦਿਨ ਇਸ ਤਰ੍ਹਾਂ ਕਿਉਂ ਰਹਿੰਦੇ ਹੋ ਜਿਵੇਂ ਪਾਪਾ ਨੇ ਤੁਹਾਡੇ ਨਾਲ ਪੂਰੀ ਰਾਤ ਕੁਝ ਗਲਤ ਕੀਤਾ ਹੋਵੇ? ਮੰਮੀ ਦੀਆਂ ਅੱਖਾਂ ਭਰ ਆਈਆਂ ਤੇ ਮੰਮੀ ਨੇ ਦੱਸਿਆ ਕਿ ਉਹ ਇਹ ਸਭ ਮੇਰੇ ਲਈ ਹੀ ਕਰ ਰਹੇ ਹਨ। ਸੱਚ ਜਾਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੰਮੀ ਨੇ ਦੱਸਿਆ ਪਾਪਾ ਤੇ ਮੰਮੀ ਦਾ ਵਿਆਹ ਜ਼ਬਰਦਸਤੀ ਕਰਵਾ ਦਿੱਤਾ ਗਿਆ ਸੀ, ਜਦਕਿ ਪਾਪਾ ਕਿਸੇ ਹੋਰ ਕੁੜੀ ਨੂੰ ਪਿਆਰ ਕਰਦੇ ਸਨ। ਵਿਆਹ ਤੋਂ ਬਾਅਦ ਪਾਪਾ ਨੇ ਮੰਮੀ ਨੂੰ ਕਦੇ ਵੀ ਪਤਨੀ ਦਾ ਦਰਜਾ ਨਹੀਂ ਦਿੱਤਾ। ਪਾਪਾ ਚਾਹੁੰਦੇ ਸੀ ਕਿ ਮੰਮੀ ਉਹਨਾਂ ਨੂੰ ਤਲਾਕ ਦੇ ਕੇ ਚਲੇ ਜਾਣ ਤਾਂ ਕਿ ਪਾਪਾ ਆਪਣੀ ਗਰਲਫ੍ਰੈਂਡ ਨਾਲ ਵਿਆਹ ਕਰਵਾ ਸਕਣ ਤੇ ਲੋਕਾਂ ਨੂੰ ਲੱਗੇ ਕਿ ਮੰਮੀ ਹੀ ਗਲਤ ਸੀ, ਇਸ ਲਈ ਛੱਡ ਕੇ ਚਲੀ ਗਈ। ਮੰਮੀ ਨੇ ਇਹ ਵੀ ਦੱਸਿਆ ਕਿ ਉਸ ਨੂੰ ਦੁਖੀ ਕਰਨ ਲਈ ਪਾਪਾ ਹਰ ਰਾਤ ਮੰਮੀ ਨੂੰ ਆਪਣੇ ਨਾਲ ਸੌਣ ਲਈ ਮਜਬੂਰ ਕਰਦੇ ਤੇ ਫਿਰ ਉਸ ਦੇ ਸਾਹਮਣੇ ਪੂਰੀ ਰਾਤ ਆਪਣੀ ਗਰਲਫ੍ਰੈਂਡ ਨਾਲ ਫੋਨ ਤੇ ਗੱਲਾਂ ਕਰਦੇ। ਜਦੋਂ ਵੀ ਮੰਮੀ ਪਾਪਾ ਨੂੰ ਅਜਿਹਾ ਕਰਨ ਤੋਂ ਰੋਕਦੀ ਤਾਂ ਪਾਪਾ ਮੰਮੀ ਨੂੰ ਕੁੱਟਦੇ ਤੇ ਮੰਮੀ ਦੇ ਘੁੱਟ-ਘੁੱਟ ਕੇ ਰੋਣ ਦੀਆਂ ਉਹੀ ਆਵਾਜ਼ਾਂ ਮੈਨੂੰ ਵੀ ਆਪਣੇ ਕਮਰੇ ਵਿੱਚ ਸੁਣਾਈ ਦਿੰਦੀਆਂ। ਫਿਰ ਮੈਂ ਸਮਝ ਗਈ ਕਿ ਪਾਪਾ ਦੇ ਕਹਿਣ ਦਾ ਮਤਲਬ ਸੀ ਕਿ ਉਹ ਲੜਨ ਦੇ ਮੂਡ ਵਿੱਚ ਬਿਲਕੁਲ ਵੀ ਨਹੀਂ ਹਨ। ਪੂਰਾ ਸੱਚ ਜਾਣ ਕੇ ਮੈਂ ਹੁਣ ਆਪਣੀ ਖਾਤਰ ਆਪਣੀ ਮੰਮੀ ਨਾਲ ਇਹ ਸਭ ਹੁੰਦਾ ਹੋਰ ਨਹੀਂ ਦੇਖ ਸਕਦੀ ਸੀ, ਕਿਉਂਕਿ ਮੰਮੀ ਮੇਰੇ ਚੰਗੇ ਫਿਊਚਰ ਲਈ ਹੀ ਪਾਪਾ ਕੋਲ ਰਹਿਣ ਲਈ ਮਜਬੂਰ ਸੀ।
ਮੈਂ ਉਸੇ ਦਿਨ ਨਾਨਾ ਜੀ ਨੂੰ ਫੋਨ ਕਰਕੇ ਘਰ ਬੁਲਾਇਆ ਤੇ ਸਾਰੀ ਸੱਚਾਈ ਦੱਸੀ। ਇਹ ਸਭ ਸੁਣ ਕੇ ਨਾਨਾ ਜੀ ਨੂੰ ਬਹੁਤ ਗੁੱਸਾ ਆਇਆ ਤੇ ਉਹ ਉਸੇ ਦਿਨ ਸਾਨੂੰ ਆਪਣੇ ਨਾਲ ਘਰ ਲੈ ਆਏ। ਫਿਰ ਥੋੜੇ ਟਾਈਮ ਬਾਅਦ ਮੰਮੀ ਨੇ ਪਾਪਾ ਨੂੰ ਤਲਾਕ ਦੇ ਦਿੱਤਾ। ਹੁਣ ਮੈਂ ਤੇ ਮੰਮੀ ਨਾਨਾ ਜੀ ਦੇ ਘਰ ਇਕੱਠੇ ਹਮੇਸ਼ਾ ਖੁਸ਼ ਰਹਿੰਦੇ ਹਾਂ ਤੇ ਮੰਮੀ ਨੂੰ ਇੱਕ ਵਧੀਆ ਨੌਕਰੀ ਵੀ ਮਿਲ ਗਈ ਹੈ। ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।